Good morning, dear students. This is Monica Bhatia, your Punjabi teacher. Children, in last class, in our previous class, we did chapter number 2, Sunehri Machi. Today we are going to do chapter number 3, Sikandar ਤੇ ਪੋਰਸ। ਸਿਕੰਦਰ ਯੂਨਾਨ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ ਤੇ ਪੋਰਸ ਪੁਰੂ ਰਾਜ ਦਾ ਇੱਕ ਰਾਜਾ ਸੀ। ਹੀ ਵਾਜ਼ ਐਨ ਇੰਡੀਅਨ। ਇਸ ਪਾਠ ਵਿੱਚ ਇਹ ਦੱਸਿਆ ਗਿਆ ਹੈ ਕਿ ਜਿੰਨੇ ਵੀ ਬਾਹਰਲੇ ਰਾਜਿਆਂ ਨੇ ਜਿਨ੍ਹਾਂ ਨੇ ਵੀ ਭਾਰਤੀਆਂ ਉੱਪਰ ਅਟੈਕ ਕੀਤਾ ਹੈ ਉਹਨਾਂ ਨੇ ਹਮੇਸ਼ਾ ਭਾਰਤੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ। ਭਾਰਤੀ ਰਾਜਿਆਂ ਨੇ ਵੀ ਉਹਨਾਂ ਨਾਲ ਡਟ ਕੇ ਮੁਕਾਬਲਾ ਕੀਤਾ, ਉਹਨਾਂ ਦਾ ਕਦੇ ਹਾਰ ਨਹੀਂ ਮੰਨੀ। ਲੇਕਿਨ ਜਿੰਨੇ ਵੀ ਬਾਹਰੀ ਰਾਜੇ ਹੋਏ ਨੇ, ਬਾਹਰ ਮੁਲਕਾਂ ਵਾਲੇ ਰਾਜਾ ਨੇ ਜਿਨ੍ਹਾਂ ਨੇ ਵੀ ਇੰਡੀਅਨ ਰਾਜਿਆਂ ਦੇ ਉੱਪਰ ਅਟੈਕ ਕੀਤਾ, ਉਹ ਸਾਰੇ ਭਾਰਤੀਆਂ ਦੀ ਬਹਾਦਰੀ ਤੋਂ ਬੜੇ ਪ੍ਰਭਾਵਿਤ ਹੋਏ। ਇਸ ਚੈਪਟਰ ਦੇ ਵਿੱਚ ਵੀ ਇਹੀ ਹੋਇਆ। ਸਿਕੰਦਰ ਨੇ ਪੋਰਸ ਦੇ ਉੱਪਰ ਅਟੈਕ ਕੀਤਾ। नो डाउट सिकंदर वॉज मोर पावरफुल दैन पोरस, लेकिन पोरस की जिहड़ी बहादरी सी उसके अगे उसनूं भी घुटने टेकने पे तो उसकी बहादरी की उसने प्रशंसा भी की। सो द मोटिव ऑफ द चैप्टर इज़ भारत की विशेषता है कि भारतीयों ते जिन्हों ने भी हमला किया वो भारतीयों की बहादरी तो प्रभावित होए बिना नहीं रह सके। सो आई एम गोइंग टू स्टार्ट रीडिंग द चैप्टर। लिसन केयरफुली। उस वेले भारत कई छोटे छोटे राजां विच वंडा होया सी। छोटे छोटे राजे अपनी अपनी डफली वजा रहे सन। डफली वजा रहे सन मतलब अपने अपने ਕੰਮਕਾਰਾਂ ਦੇ ਵਿੱਚ ਲੱਗੇ ਹੋਏ ਸਨ। ਕਹਿੰਦੇ ਹਨ ਕਿ ਘਰ ਨੂੰ ਬਰਬਾਦ ਕਰਨ ਲਈ ਘਰ ਦੀ ਫੁੱਟ ਹੀ ਕਾਫੀ ਹੁੰਦੀ ਹੈ। ਫੁੱਟ ਦਾ ਮਤਲਬ ਕਿ ਜਿਸ ਘਰ ਦੇ ਵਿੱਚ ਏਕਤਾ ਨਹੀਂ ਹੈ ਉਸ ਘਰ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਇਹੀ ਭਾਰਤ ਵਿੱਚ ਵੀ ਹੋ ਰਿਹਾ ਸੀ। ਭਾਰਤੀ ਆਪਸੀ ਫੁੱਟ ਦਾ ਸ਼ਿਕਾਰ ਹੋ ਰਹੇ ਸਨ। ਉਹਨਾਂ ਦੇ ਆਪਸੀ ਤਾਲਮੇਲ ਦੀ ਬਹੁਤ ਕਮੀ ਸੀ ਅਤੇ ਇਸੇ ਚੀਜ਼ ਦਾ ਫਾਇਦਾ ਜਿਹੜਾ ਸੀ ਉਹ ਸਿਕੰਦਰ ਨੇ ਚੁੱਕਿਆ। ਇਸ ਫੁੱਟ ਦਾ ਲਾਭ ਉਠਾਉਣ ਲਈ ਸਿਕੰਦਰ, ਜੋ ਯੂਨਾਨ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ, ਨੇ ਭਾਰਤ ਵੱਲ ਮੁਹਾਰਾਂ ਮੋੜ ਦਿੱਤੀਆਂ। ਮੁਹਾਰਾਂ ਮੋੜ ਦਿੱਤੀਆਂ ਮਤਲਬ ਆਪਣੀ ਫੌਜ ਭੇਜਣੀ ਸ਼ੁਰੂ ਕਰ ਦਿੱਤੀ। ਉਹ ਛੋਟੇ ਛੋਟੇ ਦੇਸ਼ਾਂ ਨੂੰ ਪਹਿਲਾਂ ਹੀ ਜਿੱਤ ਚੁੱਕਾ ਸੀ। ਬਹੁਤ ਸਾਰੇ ਦੇਸ਼ਾਂ ਨੇ ਤਾਂ ਉਸ ਤੋਂ ਡਰਦੇ ਮਾਰੇ ਹੀ ਉਸਦੀ ਅਧੀਨਗੀ ਸਵੀਕਾਰ ਕਰ ਲਈ, ਮਤਲਬ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਉਸਦੀ ਪਾਵਰ ਦੇਖ ਕੇ, ਉਸਦੀ ਸੈਨਾ ਦੇਖ ਕੇ ਉਹਨਾਂ ਨੇ ਆਪਣੇ ਆਪ ਨੂੰ ਆਲਰੇਡੀ ਸਰੈਂਡਰ ਕਰ ਦਿੱਤਾ। ਇੰਨੇ ਦੇਸ਼ਾਂ ਦੁਆਰਾ ਅਧੀਨਗੀ ਸਵੀਕਾਰ ਕਰਨ 'ਤੇ ਸਿਕੰਦਰ ਦਾ ਹੌਸਲਾ ਖੁੱਲ੍ਹ ਗਿਆ ਅਤੇ ਉਸਨੇ ਭਾਰਤ ਨੂੰ ਜਿੱਤਣ ਲਈ ਭਾਰਤ ਦੀ ਧਰਤੀ 'ਤੇ ਹਮਲੇ ਦਾ ਬਿਗਲ ਵਜਾ ਦਿੱਤਾ। ਹਮਲੇ ਮਤਲਬ ਅਟੈਕ ਕਰਨ ਦਾ ਬਿਗੁਲ ਵਜਾ ਦਿੱਤਾ, ਮਤਲਬ ਸ਼ੁਰੂਆਤ ਕਰ ਦਿੱਤੀ, ਅਟੈਕ ਕਰਨਾ ਸ਼ੁਰੂ ਕਰ ਦਿੱਤਾ ਇੰਡੀਆ ਉੱਪਰ। ਇਸ ਬਿਗਲ ਦਾ ਅਜਿਹਾ ਅਸਰ ਹੋਇਆ ਕਿ ਭਾਰਤ ਦੇ ਛੋਟੇ ਛੋਟੇ ਰਾਜੇ ਵੀ ਸਿਕੰਦਰ ਦੀ ਦਹਿਸ਼ਤ ਅੱਗੇ ਗੋਡੇ ਟੇਕਣ ਲੱਗੇ। ਸੇਮ ਮੀਨਿੰਗ, ਗੋਡੇ ਟੇਕਣ ਲੱਗੇ ਮਤਲਬ ਆਪਣੇ ਆਪ ਨੂੰ ਸਰੈਂਡਰ ਕਰਨ ਲੱਗੇ। ਉਸ ਵੇਲੇ ਪੁਰੂ ਰਾਜ ਵਿੱਚ ਰਾਜੇ ਪੋਰਸ ਦਾ ਰਾਜ ਸੀ। ਪੋਰਸ ਇੱਕ ਬਹਾਦਰ, ਦਲੇਰ ਅਤੇ ਨਿਆਂਕਾਰੀ, ਨਿਆਂ ਮਤਲਬ ਜਸਟਿਸ ਕਰਨ ਵਾਲਾ ਰਾਜਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਸਿਕੰਦਰ ਭਾਰਤ ਵੱਲ ਵੱਧ ਰਿਹਾ ਹੈ ਤਾਂ ਉਸਨੇ ਆਪਣੇ ਅਮੀਰਾਂ ਵਜ਼ੀਰਾਂ ਨਾਲ ਸਲਾਹ ਕੀਤੀ। ਆਪਣੇ ਜਿਹੜੀ ਦਰਬਾਰ ਦੇ ਜਿੰਨੇ ਵੀ ਐਕਸਪਰਟ ਸੀ ਉਹਨਾਂ ਨੂੰ ਬੁਲਾਇਆ ਅਤੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ। ਸਭ ਨੇ ਇਹੋ ਕਿਹਾ ਕਿ ਸਾਨੂੰ ਸਿਕੰਦਰ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਹੀ ਤਾਂ ਪੋਰਸ ਚਾਹੁੰਦਾ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਉਸਦੇ ਸੈਨਾਪਤੀਆਂ ਵਿੱਚ ਕਿੰਨਾ ਕੁ ਹੌਸਲਾ ਬਾਕੀ ਹੈ। ਹਾਲੇ ਉਹ ਵਿਚਾਰ ਕਰ ਹੀ ਰਿਹਾ ਸੀ ਕਿ ਸਿਕੰਦਰ ਦਾ ਇੱਕ ਵਿਸ਼ੇਸ਼ ਦੂਤ ਸਿਕੰਦਰ ਦਾ ਪੈਗਾਮ ਲੈ ਕੇ ਪੋਰਸ ਦੇ ਦਰਬਾਰ ਵਿੱਚ ਆਇਆ। ਉਸਨੇ ਸਭ ਤੋਂ ਪਹਿਲਾਂ ਰਾਜੇ ਪੋਰਸ ਅੱਗੇ ਸਿਰ ਝੁਕਾ ਕੇ ਨਮਸਕਾਰ ਕੀਤੀ ਅਤੇ ਫਿਰ ਕਹਿਣ ਲੱਗਾ, ਮਹਾਰਾਜ, ਮੈਂ ਮਹਾਨ ਸਿਕੰਦਰ ਦਾ ਦੂਤ ਹਾਂ। ਦੂਤ ਮਤਲਬ ਮੈਸੇਜ ਕਨਵੇ ਕਰਨ ਵਾਲਾ। ਮੈਂ ਆਪਣੇ ਮਾਲਕ ਦਾ ਵਿਸ਼ੇਸ਼ ਪੈਗਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਮੇਰੇ ਮਾਲਕ ਯਾਨੀ ਸਿਕੰਦਰ ਚਾਹੁੰਦੇ ਹਨ ਕਿ ਜਿਵੇਂ ਬਾਕੀ ਰਾਜਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਬਿਨਾਂ ਕਿਸੇ ਖੂਨ ਖਰਾਬੇ ਦੇ ਆਪਣੇ ਆਪ ਨੂੰ ਰਾਜੇ ਸਿਕੰਦਰ ਅੱਗੇ ਸਮਰਪਣ ਕਰ ਦਿਓ, ਮਤਲਬ ਸਰੈਂਡਰ ਕਰ ਦਿਓ। ਇੱਕ ਹੋਰ ਦੱਸ ਦੇਵਾਂ ਕਿ ਗੰਧਾਰ ਰਾਜ ਦੇ ਰਾਜੇ ਅੰਬੀ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਰਾਜੇ ਅੰਬੀ ਦੇ ਆਤਮ ਸਮਰਪਣ ਬਾਰੇ ਸੁਣ ਕੇ ਰਾਜੇ ਪੋਰਸ ਨੂੰ ਉਸਦੀ ਕਾਇਰਤਾ 'ਤੇ ਦੁੱਖ ਵੀ ਹੋਇਆ ਅਤੇ ਗੁੱਸਾ ਵੀ ਆਇਆ। ਰਾਜਾ ਪੋਰਸ ਇਹ ਸੋਚ ਰਿਹਾ ਸੀ ਕਿ ਇਹੋ ਜਿਹੀ ਕਾਇਰਤਾ ਵਾਲੀ ਜ਼ਿੰਦਗੀ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਉਸ ਵੇਲੇ ਰਾਜੇ ਪੋਰਸ ਵਿੱਚ ਇੰਨਾ ਜੋਸ਼ ਪਤਾ ਨਹੀਂ ਕਿੱਥੋਂ ਆ ਗਿਆ। ਉਸਨੇ ਸੋਚਿਆ, ਇਨ ਪਲੇਸ ਆਫ ਸੋਚਿਆ ਉਹ ਬੋਲਿਆ, ਵੈਲਕਮ। ਦੂਤ, ਆਪਣੇ ਰਾਜੇ ਸਿਕੰਦਰ ਨੂੰ ਜਾ ਕੇ ਕਹੋ
ਪੋਰਸ ਹੋਰਨਾਂ ਵਰਗਾ ਕਾਇਰ ਰਾਜਾ ਨਹੀਂ ਹੈ। ਹੋਰਨਾਂ ਮਤਲਬ ਦੂਸਰਿਆਂ ਵਰਗਾ ਕਾਇਰ ਨਹੀਂ ਹੈ। ਇਹ ਆਪਣੇ ਦੇਸ਼ ਦੀ ਰਖਵਾਲੀ ਕਰਨੀ ਜਾਣਦਾ ਹੈ। ਇਸ ਨੂੰ ਆਪਣੇ ਦੇਸ਼ ਲਈ ਜਾਨ ਵੀ ਦੇਣੀ ਪਈ ਤਾਂ ਪਿੱਛੇ ਨਹੀਂ ਹਟੇਗਾ। ਅਸੀਂ ਭਾਰਤੀ ਆਪਣੀ ਮਾਤ ਭੂਮੀ ਲਈ ਖੂਨ ਵਹਾਉਣਾ ਜਾਣਦੇ ਹਾਂ। ਖੂਨ ਵਹਾਉਣਾ ਮਤਲਬ ਆਪਣੀ ਜਾਨ ਵੀ ਦੇਣਾ ਜਾਣਦੇ ਹਾਂ। ਦੂਤ ਕੋਲੋਂ ਰਾਜੇ ਪੋਰਸ ਦਾ ਪੈਗਾਮ ਸੁਣ ਕੇ ਸਿਕੰਦਰ ਨੇ ਪੁਰੂ ਰਾਜ 'ਤੇ ਹਮਲਾ ਕਰ ਦਿੱਤਾ। ਇੱਕ ਪਾਸੇ ਹਾਥੀ 'ਤੇ ਸਵਾਰ ਹੋ ਕੇ ਪੋਰਸ ਆਪਣੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ ਅਤੇ ਦੂਜੇ ਪਾਸੇ ਸਿਕੰਦਰ ਦੀ ਇੱਕ ਸ਼ਕਤੀਸ਼ਾਲੀ ਫੌਜ ਖੜੀ ਸੀ। ਦੋਹਾਂ ਫੌਜਾਂ ਵਿੱਚ ਘਮਾਸਾਨ ਦਾ ਯੁੱਧ ਹੋਇਆ। ਆਖਰ ਪੋਰਸ ਦੀ ਛੋਟੀ ਜਿਹੀ ਸੈਨਾ ਸਿਕੰਦਰ ਦੀ ਮਹਾਨ ਸੈਨਾ ਅੱਗੇ ਕਿੱਥੋਂ ਤੱਕ ਟਿਕ ਸਕਦੀ ਸੀ। ਪੋਰਸ ਨੂੰ ਬੰਦੀ ਬਣਾ ਲਿਆ ਗਿਆ ਅਤੇ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ। ਬੰਦੀ ਮਤਲਬ ਕੈਦ ਕਰ ਲਿਆ ਗਿਆ। ਪੋਰਸ ਇੱਕ ਬਹਾਦਰ ਸਿਪਾਹੀ ਦੀ ਤਰ੍ਹਾਂ ਰਾਜੇ ਸਿਕੰਦਰ ਅੱਗੇ ਜਾ ਖੜਾ ਹੋਇਆ। ਸਿਕੰਦਰ ਨੇ ਪੋਰਸ ਨੂੰ ਜਦੋਂ ਦੇਖਿਆ ਤਾਂ ਬੋਲਿਆ, ਰਾਜਾ ਪੋਰਸ, ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ, ਕਿਸ ਤਰ੍ਹਾਂ ਬਿਹੇਵ ਕੀਤਾ ਜਾਏ। ਰਾਜਾ ਸਿਕੰਦਰ, ਮੇਰੇ ਨਾਲ ਉਹੀ ਸਲੂਕ ਕਰੋ ਜੋ ਇੱਕ ਬਹਾਦਰ ਰਾਜਾ ਦੂਸਰੇ ਬਹਾਦਰ ਰਾਜੇ ਨਾਲ ਕਰਦਾ ਹੈ, ਪੋਰਸ ਬੋਲਿਆ। ਪੋਰਸ ਦੀ ਬਹਾਦਰੀ ਵੇਖ ਕੇ ਸਿਕੰਦਰ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਰਾਜੇ ਪੋਰਸ ਨੂੰ ਛੱਡਣ ਦਾ ਹੁਕਮ ਦਿੱਤਾ ਅਤੇ ਉਸਨੂੰ ਆਪਣੇ ਗਲ ਨਾਲ ਲਾਉਂਦਿਆਂ ਕਹਿਣ ਲੱਗਾ, ਰਾਜਾ ਪੋਰਸ, ਮੈਂ ਤੁਹਾਡੀ ਬਹਾਦਰੀ, ਹਿੰਮਤ ਅਤੇ ਦੇਸ਼ ਪ੍ਰੇਮ ਦੀ ਕਦਰ ਕਰਦਾ ਹਾਂ। ਕਦਰ ਮਤਲਬ ਰਿਸਪੈਕਟ ਕਰਦਾ ਹਾਂ। ਅੱਜ ਤੋਂ ਤੁਸੀਂ ਮੇਰੇ ਮਿੱਤਰ ਹੋ। ਮੈਨੂੰ ਅੱਜ ਇਹ ਅਹਿਸਾਸ ਹੋ ਗਿਆ ਹੈ ਕਿ ਦੂਜੇ ਰਾਜਾ ਨੂੰ ਆਪਣਾ ਕਹਿਣ ਵਾਲਾ ਸ਼ਕਤੀਸ਼ਾਲੀ ਰਾਜਾ ਨਹੀਂ ਅਖਵਾ ਸਕਦਾ। ਇਹਦੇ ਵਾਸਤੇ ਮੈਨੂੰ ਲੋਕਾਂ ਦੇ ਦਿਲਾਂ ਨੂੰ ਜਿੱਤਣਾ ਪਵੇਗਾ। ਉਸਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੁੜਨ ਦਾ ਹੁਕਮ ਦੇ ਦਿੱਤਾ। ਨਾਓ ਵਟ ਵੀ ਹੈਵ ਲਰਨਡ, ਇਸ ਚੈਪਟਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਬਹਾਦਰੀ ਦੇ ਨਾਲ, ਹਿੰਮਤ ਦੇ ਨਾਲ ਕਿਸੇ ਨੂੰ ਵੀ ਆਪਣੇ ਅੱਗੇ ਝੁਕਾਇਆ ਜਾ ਸਕਦਾ ਹੈ। ਜਿਵੇਂ ਰਾਜਾ ਪੋਰਸ ਦੀ ਕੋਈ ਸੈਨਾ ਐਡੀ ਵੱਡੀ ਨਹੀਂ ਸੀ, ਲੇਕਿਨ ਫਿਰ ਵੀ ਉਸਨੇ ਆਪਣੇ ਦੁਸ਼ਮਣ ਸਿਕੰਦਰ ਦੇ ਅੱਗੇ ਘੁਟਨੇ ਨਹੀਂ ਟੇਕੇ, ਉਸ ਤੋਂ ਹਾਰ ਨਹੀਂ ਮੰਨੀ। ਆਪਣੀ ਛੋਟੀ ਜਿਹੀ ਸੈਨਾ ਨਾਲ ਉਸਨੇ ਲੜਨ ਦਾ ਫੈਸਲਾ ਕੀਤਾ, ਲੇਕਿਨ ਆਪਣੀ ਬਹਾਦਰੀ ਨਾਲ, ਜਿੱਥੇ ਉਹ ਇੱਕ ਜਗ੍ਹਾ 'ਤੇ ਜਾ ਕੇ ਉਹ ਹਾਰ ਗਿਆ, ਬੰਦੀ ਵੀ ਬਣਾ ਲਿਆ ਗਿਆ, ਲੇਕਿਨ ਉਸਨੇ ਆਪਣੀ ਬਹਾਦਰੀ ਨਾਲ, ਆਪਣੀ ਦਲੇਰੀ ਨਾਲ ਸਿਕੰਦਰ ਨੂੰ ਵੀ ਕਾਇਲ ਕਰ ਦਿੱਤਾ ਅਤੇ ਸਿਕੰਦਰ ਨੇ ਉਸਨੂੰ ਆਪਣਾ ਮਿੱਤਰ ਬਣਾ ਲਿਆ। This much is given in the chapter